ਆਈਆਂ ਤੁਹਾਨੂੰ ਤਿਉਹਾਰ ਵਾਲੇ ਦਿਨ ਕਸ਼ਟ ਦਿੱਤਾ, ਇਸ ਗੱਲ ਦੀ ਮੈਂ ਮਾਫੀ ਮੰਗਦਾ। ਗੱਲ ਹੈ ਵੀ ਅੱਜ ਦਿਹਾੜਾ ਬੜਾ ਚੰਗਾ, ਚੰਗੀ ਸੋਚ ਪੰਜਾਬ ਦੀ ਅੱਗੇ ਆਣੀ ਚਾਹੀਦੀ ਸੀਗੀ। ਬੜੇ ਮਨ 'ਚ ਤੁਹਾਡੇ ਸਵਾਲ ਹੋਣੇ ਕਿ ਜਿਹੜਾ ਵਿਵਾਕੀ ਨਾਲ ਚੱਲਦਾ ਹੁੰਦਾ ਸੀਗਾ ਬੰਦਾ, ਪਾਰਟੀ ਚੇਂਜ ਕਿਉਂ ਕੀਤੀ? ਪਾਰਟੀ ਚੇਂਜ ਕੀਤੀ ਹੈ, ਸੋਚ ਚੇਂਜ ਨਹੀਂ ਕੀਤੀ। ਸੋਚ ਕਿਉਂ ਨਹੀਂ ਚੇਂਜ ਕੀਤੀ? ਸਾਡੀ ਜਿਹੜੀ ਸੋਚ ਹੈ, ਸ਼੍ਰੀ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਹੈ, ਜਿਹੜੇ ਲੰਬੇ ਸਮੇਂ ਤੋਂ ਦੇਸ਼ ਦਾ ਭਲਾ ਕਰ ਰਿਹਾ, ਪੰਜਾਬ ਦਾ ਭਲਾ ਕਰ ਰਿਹਾ, ਪਰ ਕਾਂਗਰਸ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹੜਾ ਪਾੜ ਪਾ ਰਹੀ ਹੈ। ਮੇਰਾ ਪੁਸ਼ਪਿੰਦਰ ਸਿੰਗਲ ਜੀ ਨਾਲ, ਕਿਉਂਕਿ ਪ੍ਰਧਾਨ ਸਾਹਿਬ ਆ ਸਾਡੇ ਭਾਰਤੀ ਜਨਤਾ ਪਾਰਟੀ ਦੇ, ਪਹਿਲਾਂ ਵੀ ਸਾਡਾ ਬਹੁਤ ਇੱਕ ਸਟੇਜਾਂ ਅਸੀਂ ਇਕੱਠੀਆਂ ਕਰਦੇ ਰਹੇ, ਬੜਾ ਭਰਾਵਾਂ ਵਾਲਾ ਪਿਆਰ ਹੈ, ਵੱਡੇ ਭਰਾ ਛੋਟੇ ਭਰਾ ਵਾਂਗੂ ਚੱਲਦੇ ਆ। ਜਿਹੜੀ ਗੱਲ ਸੀਗੀ ਲੰਬੇ ਸਮੇਂ ਤੋਂ ਐਨਾਲਿਸਿਸ ਕਰ ਰਿਹਾ ਸੀ ਮੈਂ, ਕਿਉਂਕਿ ਮੈਂ ਇੱਕ ਜ਼ਮੀਨੀ ਵਰਕਰ ਹਾਂ, ਖੂਨ ਪਸੀਨੇ ਨਾਲ ਪਾਰਟੀ ਲਈ ਕੰਮ ਕਰਦਾ, ਸਮਾਜ ਲਈ ਕੰਮ ਕਰਦਾ, ਹਰ ਮੁੱਦੇ ਤੇ, ਕਿਉਂਕਿ ਤੁਹਾਡੇ ਤੋਂ ਵੱਧ ਕੋਈ ਜਾਣੂ ਨਹੀਂ, ਕਿਉਂਕਿ ਮੇਰੀ ਜਿਹੜੀ ਬੇਬਾਕੀ ਦੀ ਗੱਲ ਹੈ ਦੁਨੀਆ ਤੱਕ, ਸੰਗਤ ਤੱਕ ਤੁਸੀਂ ਪਹੁੰਚਾਉਂਦੇ ਹੋ। ਤੇ ਤੁਹਾਡੇ ਮਨ 'ਚ ਬੜੇ ਸਵਾਲ ਹੋਣੇ, ਮੈਂ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਇਮਾਨਦਾਰੀ ਦੇ ਨਾਲ। ਗੱਲ ਇਹ ਸੀਗਾ ਵੀ ਮੈਂ ਬੜੀ ਦੇਰ ਤੋਂ ਐਨਾਲਿਸਿਸ ਕਰ ਰਿਹਾ ਸੀ ਕਿ ਜਦੋਂ ਕਿਸਾਨੀ ਮੋਰਚਾ ਸ਼ੁਰੂ ਹੋਇਆ, ਉਹਦੇ ਵਿੱਚ ਜਦੋਂ ਆਪਾਂ ਐਨਾਲਿਸਿਸ ਕਰਦੇ ਆ, ਮੈਂ ਵਿੱਚ ਥੋੜੇ ਟਾਈਮ ਲਈ ਸਾਇਲੈਂਟ ਵੀ ਹੋਇਆ ਸੀਗਾ, ਬੜੇ ਐਨਾਲਿਸਿਸ ਕੀਤੇ ਵੀ ਚੱਕਰ ਚੱਲ ਕੀ ਰਿਹਾ। ਇੱਕ ਮੈਂ ਜਦੋਂ ਦੇਖਿਆ ਕਿ ਕਾਂਗਰਸ ਇੱਕ ਬੜੀ ਸਾਜ਼ਿਸ਼ ਤਹਿਤ ਪੰਜਾਬੀਆਂ ਦਾ ਟਾਕਰਾ ਕੇਂਦਰ ਸਰਕਾਰ ਨਾਲ ਕਰ ਰਹੀ ਹੈ। ਉਹ ਕਰ ਕਿਉਂ ਰਹੀ ਹੈ? ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬੀ, ਚਾਹੇ ਹਿੰਦੂ ਹੋਣ, ਚਾਹੇ ਸਿੱਖ ਹੋਣ, ਚਾਹੇ ਮੁਸਲਮਾਨ ਹੋਣ, ਚਾਹੇ ਜਿਹੜੇ ਮਰਜ਼ੀ ਭਾਈਚਾਰੇ ਨਾਲ ਆਪਾਂ ਬਿਲੋਂਗ ਕਰਦੇ ਆ, ਉਹਨਾਂ ਨੂੰ ਪਤਾ ਪੰਜਾਬੀਆਂ ਦੇ ਜਹਨ ਦੇ ਵਿੱਚ, ਪੰਜਾਬੀਆਂ ਦੇ ਖੂਨ ਦੇ ਵਿੱਚ, ਪੰਜਾਬੀਆਂ ਦੇ ਹਰ ਮਨ ਦੇ ਵਿੱਚ ਇੱਕ ਭਾਵਨਾ ਹੈ, ਉਹ ਜਿੱਧਰ ਤੁਰ ਪੈਂਦੇ ਆ ਉਹ ਜਿੱਤ ਹਾਸਲ ਕਰਕੇ ਆਉਂਦੇ ਆ। ਤੇ ਉਹਨਾਂ ਨੇ ਇੱਕ ਗਲਤ ਰਣਨੀਤੀ ਤਿਆਰ ਕੀਤੀ, ਉਸ ਸਾਜ਼ਿਸ਼ ਦੇ ਤਹਿਤ ਅਸੀਂ ਲੰਬੇ ਸਮੇਂ ਤੋਂ ਸ਼ਿਕਾਰ ਹੋਏ ਆ। ਉਹ ਚਾਹੁੰਦੇ ਸੀ ਕਿ ਇੱਥੇ 84 ਵਾਲਾ ਮਾਹੌਲ ਦੁਬਾਰਾ ਵਾਪਸ ਆਏ। ਜਦੋਂ ਮੈਂ ਐਨਾਲਿਸਿਸ ਕੀਤਾ ਕਿ ਇਹ ਟਕਰਾਵ ਬਹੁਤ ਜ਼ਿਆਦਾ ਵਧੀ ਜਾ ਰਿਹਾ ਰੋਜ਼, ਜਦੋਂ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਿਆ, ਐਨਾਲਿਸਿਸ ਬੜੀ ਦੇਰ ਤੋਂ ਚੱਲ ਰਿਹਾ ਸੀਗਾ, ਮਨ ਬੜੀ ਦੇਰ ਤੋਂ ਗਮਗੀਨ ਸੀਗਾ, ਤੁਹਾਨੂੰ ਵੀ ਪਤਾ, ਕਿਉਂਕਿ ਜਿਹੜੀ ਮੇਰੀ ਸਪੀਡ ਅੱਜ ਤੋਂ 6-7 ਮਹੀਨੇ 8 ਮਹੀਨੇ ਪਹਿਲਾਂ ਸੀਗੀ, ਉਹ ਸਪੀਡ ਬਣ ਨਹੀਂ ਪਾ ਰਹੀ ਸੀ। ਉਹਦਾ ਕਾਰਨ ਕੀ ਸੀ? ਕਿਉਂਕਿ ਭਾਵਨਾ ਨਹੀਂ ਬਣ ਪਾ ਰਹੀ ਸੀ। ਜਦੋਂ ਮੈਂ ਦੇਖਿਆ ਕਿ ਇਹ ਟਕਰਾਅ ਵਧੀ ਜਾ ਰਿਹਾ, ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਿਆ, ਮਨ ਬੜਾ ਦੁਖਿਆ। ਮੈਂ ਜਦੋਂ ਉਹ ਪੋਸਟਾਂ ਪਾਈਆਂ, ਮੈਂ ਸ਼ਿਕਾਰ ਵੀ ਹੋਇਆ ਆਪਣੀ ਪਾਰਟੀ ਦੇ ਵਿੱਚ, ਉਹ ਚੀਜ਼ਾਂ ਦਾ ਮੈਂ ਸ਼ਿਕਾਰ ਵੀ ਹੋਇਆ, ਪਰ ਮੈਂ ਬੇਬਾਕੀ ਨਾਲ ਸੱਚ ਬੋਲਦਾ ਰਿਹਾ। ਇੱਕ ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਣਾ ਹੈ, ਇੱਕ ਭਾਰਤ ਦੀ ਧਰਤੀ ਤੇ, ਹਿੰਦੁਸਤਾਨ ਦੀ ਧਰਤੀ ਤੇ ਪਹਿਲੀ ਵਾਰੀ ਹੋਇਆ ਸੀਗਾ। ਹੋਇਆ ਕਿਉਂ? ਇਹਦੇ ਪਿੱਛੇ ਕਾਰਨ ਕੀ ਸੀਗੇ? ਕਾਰਨ ਕੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਸਾਡੀ ਭਾਵਨਾ ਸਮਝਦੇ ਸੀ। ਉਹ ਇੱਥੇ ਕਈ ਇਹੋ ਜਿਹੀਆਂ ਅਨਾਉਂਸਮੈਂਟਾਂ ਕਰਨ ਆ ਰਹੇ ਸੀ ਜਿਸ 'ਚ ਪੰਜਾਬ ਦੀ ਬਹੁਤ ਵੱਡੀ ਤਰੱਕੀ ਹੋਣੀ ਸੀ। ਇਹ ਕਾਂਗਰਸ ਸਰਕਾਰ ਨੂੰ, ਜਿਹੜੀ ਕਾਂਗਰਸ ਸਰਕਾਰ, ਕਿਉਂਕਿ ਕਾਂਗਰਸ ਦੀ ਜਿਹੜੀ ਜਨਨੀ ਹੈ ਉਹ ਅੰਗਰੇਜ਼ਾਂ ਵੱਲੋਂ, ਇਹਦਾ ਫਾਊਂਡਰ ਤੁਹਾਨੂੰ ਵੀ ਪਤਾ ਅੰਗਰੇਜ਼ ਸੀ, ਉਹਨਾਂ ਦੇ ਆ ਫੁੱਟਬਾਲ ਦੀ ਰਾਜਨੀਤੀ ਕਰਨ ਦੀ ਆਦਤ ਹੈ। ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਸਾਹਿਬ ਜਦੋਂ ਪ੍ਰਧਾਨ ਬਣੇ ਸੀਗੇ, ਤੇ ਉਦੋਂ ਜਾਖੜ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ। ਰਾਵਤ ਸਾਹਿਬ, ਇਹ ਸਮਝਣ ਵਾਲੀ ਗੱਲ ਸੀਗੀ, ਉਹਨਾਂ ਨੇ ਸਮਝਾਇਆ ਸੀਗਾ। जाखड़ साहब कहते हैं, रावत साहब सोनिया गांधी जी को बोल देना कि अगर देश के अंदर राज करना है, दिल्ली का तख्त लेना, तो उसका रास्ता किसानों की तरफ से जाता है। अगर पंजाब के अंदर राज करना है तो उसका रास्ता बेदबी से जाता है। मतलब कि वो मुद्दों की राजनीति से अपनी कुर्सियां बचाना चाहते हैं। शर्म आनी चाहिए इस गल की। मैं एनालिसिस किया, परमात्मा ने मैनू दिमाग दिता होया, बड़ी देर तो कर रहे। तुसीं कहोगे एकदम नहीं टुटदी होंदी। साडे ते पहले भी इन्हां दे नाल सी, ਪਹਿਲਾਂ ਵੀ ਅਸੀਂ ਇਕੱਠੇ ਕੰਮ ਕੀਤਾ, ਸਾਰਾ ਸਮੁੱਚਾ ਅਕਾਲੀ ਦਲ ਇਹਨਾਂ ਦੇ ਨਾਲ ਚੱਲਦਾ ਸੀ। ਕੀ ਅਸੀਂ ਝੰਡਾ ਨਹੀਂ ਇਹਨਾਂ ਦਾ ਚੱਕਦੇ ਸੀਗੇ? ਅਸੀਂ ਭਰਾ ਸੀਗੇ। ਅੱਜ ਹਿੰਦੂ ਸਿੱਖ ਏਕਤਾ 'ਚ ਪਾੜ ਪਾਉਣ ਦਾ ਬੜਾ ਵੱਡੀ ਸਾਜ਼ਿਸ਼ ਚੱਲ ਰਹੀ ਸੀ। ਦੁਬਾਰਾ ਸਾਨੂੰ ਲੜਾਇਆ ਜਾ ਰਿਹਾ, ਪਰ ਅਸੀਂ ਲੜਨਾ ਨਹੀਂ ਚਾਹੁੰਦੇ। ਹੁਣ ਨੌਜਵਾਨ ਬਹੁਤ ਸਿਆਣਾ, ਪੰਜਾਬੀ ਬਹੁਤ ਸਿਆਣਾ ਆ, ਪੰਜਾਬੀ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣਾ ਨਾਮ ਬੁਲੰਦ ਕਰ ਰਿਹਾ। ਮੈਂ ਇਹ ਪੁੱਛਣਾ ਚਾਹੁੰਦਾ, ਇੱਕ ਪਾਸੇ ਤੁਹਾਨੂੰ ਯਾਦ ਹੋਣਾ ਆ ਹਿੰਦੂ ਸਿੱਖ ਏਕਤਾ ਦੇ ਕਾਤਲ ਹੈ ਪ੍ਰਧਾਨ ਮੰਤਰੀ ਸਾਹਿਬ। शुरुआत तो मैं गल करूंगा, करतारपुर साहब का लांघा बंद करने वाले कौन? बंद करने वाले ਜਿਹੜੇ देश के प्रधानमंत्री कांग्रेस के सी, उस टाइम पंजाब के टुकड़े टुकड़े करते। उदों याद नहीं आई कि साढ़े करतारपुर साहब, साडा पंजा साहब, साडा ननकाना साहब उधर भेजता। उदों याद नहीं आई गुरु नानक साहब जितों शुरू हुई साड़ी पंजाबियत शुरू हुई है, जितों भाईचारे संघ शुरू हुई है,
ਉਹ ਰਸਤਾ ਬੰਦ ਕੀਤਾ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਕੌਣ ਹੈ? ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਉਹ ਰਸਤਾ ਖੋਲਿਆ। ਇਹ ਭਾਵਨਾ ਉਹਨਾਂ ਦੀ। ਇੱਕ ਪਾਸੇ ਕਾਂਗਰਸ ਸਰਕਾਰ ਉਹ ਹੈ ਜਿਨ੍ਹਾਂ ਨੇ ਤੋਪਾਂ ਟੈਂਕਾਂ ਨਾਲ ਗੁਰਦੁਆਰਿਆਂ ਤੇ ਹਮਲਾ ਕਰਤਾ, ਪਹਾੜ ਪਾਤਾ ਸਮਾਜਿਕ ਤੌਰ ਤੇ। ਸਾਡਾ 30 ਸਾਲ 35 ਸਾਲ ਲੱਗੇ ਉਹ ਭਰਪਾਈ ਕਰਨ ਨੂੰ। ਤੇ ਦੂਜੇ ਪਾਸੇ ਕੌਣ ਹੈ? ਪ੍ਰਧਾਨ ਮੰਤਰੀ ਸਾਹਿਬ, ਜਿਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ, ਹਿੰਦੂ ਸਿੱਖ ਏਕਤਾ ਦੇ ਕਾਤਲ ਕਰਨ ਵਾਲਿਆਂ ਨੂੰ ਜੇਲ੍ਹਾਂ ਦੇ ਅੰਦਰ ਡੱਕਿਆ। ਸੱਜਣ ਕੁਮਾਰ ਕੀ ਇਹ ਕਹਿੰਦੇ ਕਾਂਗਰਸ ਵਾਲਾ ਕਹਿੰਦੇ ਅਸੀਂ ਨਹੀਂ ਸੀ। ਸੱਜਣ ਕੁਮਾਰ ਕੌਣ ਸੀਗਾ ਮੈਂ ਪੁੱਛਣਾ ਚਾਹੁੰਦਾ ਇਸ ਮੰਚ ਤੇ। ਸੱਜਣ ਕੁਮਾਰ ਕਾਂਗਰਸ ਵਾਲਾ ਨਹੀਂ ਸੀ? ਕੀ ਉਹਨੂੰ ਆਲਾ ਅਹੁਦਿਆਂ ਤੇ ਰੱਖਿਆ ਨਹੀਂ ਹੋਇਆ ਸੀ? ਟਾਈਟਲਰ ਨੂੰ ਕੀ ਆਪਾਂ ਅੱਜ ਸਟ੍ਰੀਮ 9 ਤੇ ਨਹੀਂ ਆਂਦਾ ਕਿ ਇਹਨਾਂ ਲੋਕਾਂ ਨੂੰ ਜਦੋਂ ਸੱਜਣ ਕੁਮਾਰ ਅੰਦਰ ਹੋਇਆ, ਤੁਹਾਨੂੰ ਯਾਦ ਹੋਣਾ ਰਾਜੀਵ ਗਾਂਧੀ ਦੇ ਪੁੱਤ ਦੀ ਸਾਰੀ ਗੱਲ ਯਾਦ ਹੋਣੀ। ਮੈਂ ਕਿਉਂ ਕਿਹਾ ਸੀਗਾ? ਮੈਂ ਕਿਹਾ ਸੀ ਅੱਜ ਕਾਂਗਰਸ ਨੂੰ, ਸੋਨੀਆ ਗਾਂਧੀ ਜੀ ਨੂੰ, ਪਹਿਲਾਂ ਚਲੇ ਗਏ ਜਿਹੜੇ ਲੋਕ ਚਲੇ ਗਏ, ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਘੱਟੋ ਘੱਟ ਇਹ ਤਾਂ ਕਹਿੰਦੇ ਵੀ ਅਫਸੋਸ ਹੈ ਅਸੀਂ ਇੱਕ ਸਪੋਲੇ ਨੂੰ ਪਾਲੀ ਗਏ ਜਿਹੜਾ ਭਾਈਚਾਰਕ ਸਾਂਝ ਨੂੰ ਤੋੜਦਾ। ਉਦੋਂ ਯਾਦ ਨਹੀਂ ਆਈ। ਫਿਰ ਦੂਜੀ ਗੱਲ, ਅਗਲੀ ਮੈਂ ਗੱਲ ਕਰਦਾ ਚਾਹੁੰਦਾ, ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ, ਕੋਈ ਸ਼ਾਇਦ ਕਾਂਗਰਸ ਵਾਲੇ ਦਾ ਰੁਕਿਆ ਹੁੰਦਾ, ਇੱਥੇ ਦੰਗੇ ਕਰਾ ਦੇਣੇ ਸੀ ਉਹਨਾਂ ਨੇ, ਲੜਾਈਆਂ ਕਰਾ ਦੇਣੀਆਂ ਸੀ। ਬਾਰ-ਬਾਰ ਕਹਿੰਦੇ ਸੀ ਗਵਰਨਰ ਰਾਜ ਆ ਜਾਣਾ। ਕਾਂਗਰਸ ਵਾਲੇ ਨੇ ਕਿੰਨਾ ਬਣਾਇਆ ਉਸ ਦਿਨ, ਤੁਹਾਨੂੰ ਯਾਦ ਹੋਣਾ 2 ਦਿਨ ਕਿੰਨਾ ਬਣਾਇਆ। ਮੋਦੀ ਸਾਹਿਬ ਨੇ ਕਿਹਾ ਨਹੀਂ, ਮੈਨੂੰ ਆਪਣੇ ਦੇਸ਼ ਦੀ ਡੈਮੋਕ੍ਰੇਸੀ ਤੇ ਭਰੋਸਾ, ਮੈਨੂੰ ਆਪਣੇ ਦੇਸ਼ ਦੇ ਲੋਕਾਂ ਤੇ ਭਰੋਸਾ, ਮੈਨੂੰ ਪੰਜਾਬੀ ਤੇ ਭਰੋਸਾ, ਮੈਂ ਪੰਜਾਬੀ ਦੇ ਨਾਲ। ਉਸ ਤੋਂ ਬਾਅਦ ਉਹਨਾਂ ਨੇ ਕੋਈ ਮਾਨਤਾ ਨਹੀਂ ਕਰ ਰੱਖੀ। ਉਸ ਤੋਂ ਬਾਅਦ ਸਾਹਿਬਜ਼ਾਦੇ ਦਸਮ ਪਾਤਸ਼ਾਹ ਦਾ ਦਿਨ ਚੱਲ ਰਿਹਾ, ਪਿੱਛੇ ਲੰਘ ਕੇ ਆਪਾਂ ਦਸਮ ਪਾਤਸ਼ਾਹ ਦਾ ਗੁਰਪੁਰਬ ਵੀ ਮਨਾਇਆ, ਸ਼ਹੀਦੀ ਦਿਹਾੜੇ ਵੀ ਪਿੱਛੇ ਮਨਾਏ। ਕੀ ਕੀਤਾ ਉਹਨਾਂ ਨੇ ਪੰਜਾਬੀ ਨੂੰ ਤੋਹਫਾ ਹੀ ਦਿੱਤਾ। 75 ਸਾਲ ਦੇ ਵਿੱਚ 15 ਪ੍ਰਧਾਨ ਮੰਤਰੀ ਆਏ ਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੀ ਆਏ ਆ। ਕਿਸੇ ਨੇ ਸੋਚਿਆ ਸੀ? ਮਨਮੋਹਨ ਸਿੰਘ ਜੀ ਸਾਡੇ ਸਿੱਖ ਕੌਮ ਤੋਂ ਆਏ, ਉਹਨਾਂ ਨੇ ਨਹੀਂ ਸੋਚਿਆ ਕਿ 4 ਸਾਹਿਬਜ਼ਾਦੇ ਦਾ ਦਿਨ ਹੋਣਾ ਚਾਹੀਦਾ। ਜੇ ਉਹਨਾਂ ਨੇ ਦਿਨ ਬਣਾਤਾ, ਅੱਜ ਬੱਚਾ ਪੜ੍ਹਾਈ ਕਰੂਗਾ। 4 ਸਾਹਿਬਜ਼ਾਦੇ ਪਿਕਚਰ ਆਈ ਸੀ, ਤੁਹਾਨੂੰ ਯਾਦ ਹੋਣਾ ਕਿੰਨਾ ਮੋਰਲ ਅਪ ਹੋਇਆ ਸੀ, ਕਿੰਨੀ ਸਪਿਰਿਟ ਬਣੀ ਸੀ ਸਾਡੇ 'ਚ। ਤੇ ਅੱਜ ਜੇ ਯੂਪੀ ਦੇ ਵਿੱਚ ਕਿਹੜੀ ਸਰਕਾਰ ਹੈ? ਬੀਜੇਪੀ ਦੀ ਸਰਕਾਰ ਹੈ। ਉੱਥੇ ਪੜ੍ਹਾਇਆ ਜਾਂਦਾ ਸਾਹਿਬਜ਼ਾਦਿਆਂ ਬਾਰੇ, ਉੱਥੇ ਪੜ੍ਹਾਈ ਦੇ ਵਿੱਚ ਲਾਗੂ ਹੈ। ਤੇ ਪੰਜਾਬ ਦੇ ਵਿੱਚ ਕੀ ਹੁੰਦਾ? ਜੇ ਉਹਨਾਂ ਨੇ ਉਹਦਾ ਦਿਨ ਮਨਾਤਾ, ਜੇ ਉਹਦਾ ਬੱਚਾ ਪੜ੍ਹਾਈ ਕਰਨ ਨੂੰ ਜਾਊਗਾ, ਹਰ ਸਟੇਟ ਦੇ ਵਿੱਚ ਉਹਦੀ ਪੜ੍ਹਾਈ ਜਾਊਗੀ, ਮਾੜਾ ਕੰਮ ਕਰਤਾ। ਫਿਰ ਵੀ ਆਪਣੀ ਕੰਟਰੋਵਰਸੀ। ਫਿਰ ਇਹਦਾ ਮਤਲਬ ਕਿ ਆਪਾਂ ਇੱਕ ਫਿਲਮ ਚਲਾ ਰਹੇ ਹਾਂ ਕਾਂਗਰਸ ਵਾਲੇ। ਉਸ ਫਿਲਮ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਬੰਦੇ ਸੀ ਉਹ ਵੀ ਫਸ ਗਏ। ਜੇ ਚਾਹੁੰਦੇ ਤੇ ਹਰ ਗੁਰਦੁਆਰੇ ਦੇ ਵਿੱਚ ਉਸ ਦਿਨ ਅਰਦਾਸ ਹੋਣੀ ਚਾਹੀਦੀ ਸੀ ਜਿਸ ਦਿਨ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਸੀਗਾ ਕਿ ਇਹ ਕੌਮੀ ਦਿਵਸ ਮਨਾਇਆ ਜਾਊ। ਪਰ ਅਸੀਂ ਫਿਰ ਸਾਜ਼ਿਸ਼ ਦੇ ਸ਼ਿਕਾਰ ਰਹੇ ਸੀ ਕਿ ਨਹੀਂ, ਅਸੀਂ ਲੀਡਰੀ ਕਰਨੀ ਹੈ, ਅਸੀਂ ਵੋਟਾਂ ਦੀ ਰਾਜਨੀਤੀ ਕਰਨੀ ਹੈ। ਮੈਂ ਇਹ ਗੱਲ ਕਹਿਣਾ, ਮੈਂ ਵੋਟਾਂ ਦੀ ਰਾਜਨੀਤੀ ਕਰਨ ਨਹੀਂ ਆਇਆ। ਮੈਂ ਵਿਚਾਰਕ ਸਾਂਝ ਹੈ ਮੇਰੀ, ਮੋਦੀ ਸਾਹਿਬ ਦੀ ਵਿਚਾਰਕ ਸਾਂਝ ਨਾਲ ਜੁੜਿਆ, ਅਮਿਤ ਸ਼ਾਹ ਦੀ ਵਿਚਾਰਕ ਸਾਂਝ ਨਾਲ ਜੁੜਿਆ। ਮੇਰੀ ਸ਼ੇਖਾਵਤ ਸਾਹਿਬ ਨਾਲ ਮੀਟਿੰਗ ਹੋਈ ਹੈ, ਮੇਰੀ ਪੁਰੀ ਸਾਹਿਬ ਨਾਲ ਮੀਟਿੰਗ ਹੋਈ ਹੈ, ਰਕੇਸ਼ ਗੌਤਮ ਜੀ ਨਾਲ ਮੀਟਿੰਗ ਹੋਈ ਆ, ਸਿੰਗਲ ਸਾਹਿਬ ਬੈਠੇ ਆ, ਸਾਡੇ ਪ੍ਰਦੇਸ਼ ਦੇ ਪ੍ਰਧਾਨ ਸਾਹਿਬ, ਜਨਰਲ ਸਕੱਤਰ, ਸਾਰਿਆਂ ਨਾਲ ਮੀਟਿੰਗ ਹੋਈ ਆ, ਕਿਉਂਕਿ ਅਸੀਂ ਭਾਈਚਾਰਕ ਸਾਂਝ ਨਹੀਂ ਤੋੜਨੀ। ਤੇ ਮੈਂ ਸਮਝਦਾ ਜੇ ਪੰਜਾਬ ਦੀ ਤਰੱਕੀ ਤੇ ਕੋਈ ਲੈ ਕੇ ਜਾ ਸਕਦਾ ਤੇ ਉਹ ਭਾਰਤੀ ਜਨਤਾ ਪਾਰਟੀ। ਸਾਨੂੰ ਨਵੇਂ ਪੰਜਾਬ ਦੀ ਰਚਨਾ ਕਰਨੀ ਪਵੇਗੀ, ਜਿਹਦੇ ਵਿੱਚ ਧਰਮਾਂ ਦੀਆਂ ਲੜਾਈਆਂ ਨਾ ਹੋਣ, ਜਿਹਦੇ ਵਿੱਚ ਇੱਕੋ ਹੀ ਗੱਲ ਹੋਵੇ, ਪੰਜਾਬ ਨੂੰ ਤਰੱਕੀ ਦੇ ਨਾਲ ਜਿਹੜੇ 85% ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਕੌਮ ਹੋਵੇ, ਪੰਜਾਬੀ ਹੋਣ ਚਾਹੇ ਹਿੰਦੂ ਹੋਣ ਚਾਹੇ ਸਿੱਖ ਹੋਣ, ਕੋਈ ਵੀ ਹੋਵੇ, ਜਿਹੜਾ ਸ਼ਹੀਦ ਹੋ ਜਾਂਦਾ ਉਹ ਦੇਸ਼ ਦਾ ਹੁੰਦਾ। ਜਿਹੜਾ ਦੇਸ਼ ਦਾ ਸ਼ਹੀਦ ਆ, ਕੀ ਅੱਜ ਸਾਡਾ ਫਰਜ਼ ਨਹੀਂ ਬਣਦਾ? ਉਹਨੇ ਕਿਹਾ ਸੀਗਾ, ਜੇ ਭਗਤ ਸਿੰਘ ਜੀ, ਰਾਜਗੁਰੂ ਜੀ, ਸੁਖਦੇਵ ਜੀ ਚਲੇ ਗਏ, ਉਹ ਕੀ ਕਹਿ ਕੇ ਗਏ ਸੀ ਕਿ ਦੇਸ਼ ਦੀ ਚੰਗੀ ਰਚਨਾ ਹੋਵੇ। ਇਹ ਸਾਡਾ ਫਰਜ਼ ਨਹੀਂ ਬਣਦਾ ਸੀ ਪੰਜਾਬ ਨੂੰ ਚੰਗੀ ਰਚਨਾ ਵੱਲ ਲੈ ਕੇ ਜਾਈਏ, ਨਰੋਏ ਸਮਾਜ ਦੀ ਗੱਲ ਕਰੀਏ। ਤੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਰਹਿ ਕੇ ਚੰਗੇ ਨਰੋਏ ਸਮਾਜ ਦੇ ਵਾਸਤੇ ਕੰਮ ਕਰ ਸਕਦਾ। ਪਾਰਟੀ ਬਦਲੀ ਹੈ, ਸੋਚ ਨਹੀਂ ਬਦਲੀ। ਚੰਗੀ ਪਾਰਟੀ ਦੇ ਵਿੱਚ ਆਇਆ, ਵੱਡੀ ਪਾਰਟੀ ਦੇ ਵਿੱਚ, ਜਿੱਥੇ ਵਰਕਰਾਂ ਦੀ ਕਦਰ ਹੈ। ਤੇ ਮੈਂ ਸਮਝਦਾ ਕਿ ਮੇਰੀ ਭਾਵਨਾ ਤੁਹਾਡੇ ਤੱਕ ਪਹੁੰਚੂਗੀ, ਸੰਗਤ ਤੱਕ ਪਹੁੰਚੂਗੀ, ਮੇਰੀ ਭਾਵਨਾ ਸਮਝਣਗੇ। ਅੱਜ ਜਿਹੜੇ ਲੋਕ ਜਾਣ ਬੁੱਝ ਕੇ ਰਾਜਨੀਤੀ ਕਰਨਾ ਕਰਕੇ ਪਾੜ ਪਾ ਰਹੇ ਆ, ਉਹ ਸਾਰੇ ਅੱਜ ਸਮਝਦਾਰ ਹੋ ਚੁੱਕੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ, ਅੱਜ ਸਮਝੋ, ਭਾਰਤੀ ਜਨਤਾ ਪਾਰਟੀ ਨਾਲ ਜੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਜੁੜ ਸਕਦੇ ਆ, ਜੇ ਪਰਮਿੰਦਰ ਸਿੰਘ ਬਰਾੜ ਜੀ ਜੁੜ ਸਕਦੇ, ਜੇ ਐਸਜੀਪੀਸੀ ਮੈਂਬਰ ਜੁੜ ਸਕਦੇ, ਜੱਲਾ ਸਾਹਿਬ ਵਰਗੇ, ਤੇ ਸਮਝ ਲਓ ਕੋਈ ਕਾਰਨ ਹੋਊਗਾ, ਸੋਚ ਚੰਗੀ ਹੋਊਗੀ ਤਾਂ ਹੀ ਜੁੜ ਰਹੇ ਆ। ਚੰਗੀ ਸੋਚ ਨਾਲ ਜੁੜਨਾ ਸਾਡਾ ਫਰਜ਼ ਬਣਦਾ। ਆਓ ਰਲ ਮਿਲ ਕੇ ਨਵੇਂ ਪੰਜਾਬ ਦੀ ਰਚਨਾ ਕਰੀਏ। ਤੇ ਬਾਕੀ ਜਿਹੜੀਆਂ ਤੁਹਾਡੀਆਂ ਗੱਲਾਂ ਮੈਂ ਬਾਕੀ ਨਾਲ ਗੱਲ ਕਰੂੰਗਾ। ਤੁਸੀਂ ਛੱਡਿਆ ਤਾਂ ਅਕਾਲੀ ਦਲ ਦਾ, ਪਰ ਦੋ ਸਾਰੇ ਕਾਂਗਰਸ ਦੇ ਵਾਸਤੇ ਸਵਾਗਤ ਹੈ। ਲੋਕਾਂ ਦੇ ਚੰਗੀ ਪਾਰਟੀ ਆ, ਲੋਕਾਂ ਗੱਲ ਇਹ ਹੈ ਜੀ,
ਪਿੱਛੇ ਦਾ ਅਕਾਲੀ ਦਲ ਚੰਗੀ ਪਾਰਟੀ ਦੀ ਕੋਸ਼ਿਸ਼ ਅਕਾਲੀ ਦਲ ਕਿਉਂ ਛੱਡਿਆ ਸਵਾਲ ਤਾਂ ਇਹ ਹੈ ਜੀ ਕਾਂਗਰਸ ਵਾਲਾ ਸਭ ਨੂੰ ਪਤਾ ਹੀ ਹੈ ਅਕਾਲੀ ਦਲ ਛੱਡਣ ਦਾ ਕਾਰਨ 7-8 ਮਹੀਨੇ ਤੋਂ ਮੈਂ ਐਨਾਲਿਸਿਸ ਕਰ ਰਿਹਾ ਸੀਗਾ 7-8 ਮਹੀਨੇ ਤੋਂ ਮੈਂ ਐਨਾਲਿਸਿਸ ਕਰ ਰਿਹਾ ਸੀਗਾ ਕਿ ਕਾਂਗਰਸ ਨੇ ਇੱਕ ਸਾਜ਼ਿਸ਼ ਰਚੀ। ਉਸ ਸਾਜ਼ਿਸ਼ ਦੇ ਅਧੀਨ ਅਸੀਂ ਵੀ ਸ਼ਿਕਾਰ ਹੋਏ ਹਾਂ। ਸਾਡਾ ਫਰਜ਼ ਬਣਦਾ ਸੀ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਪੁੱਲ ਦਾ ਕੰਮ ਕੌਣ ਕਰਦਾ? ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ। ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ, ਚਾਹੇ ਉਹਨਾਂ ਨੇ ਟੈਂਕ ਤੋਪਾਂ ਚੜਾਏ ਸਾਡੇ ਲੋਕਾਂ ਨੇ, ਜੇ ਉਹਨਾਂ ਨੂੰ ਲਿਆਤਾ ਸਿਆਸਤ ਦੇ ਵਿੱਚ ਤੇ ਉਹਨਾਂ ਦਾ ਫਰਜ਼ ਬਣਦਾ ਸੀ ਸਾਡੀਆਂ ਭਾਵਨਾਵਾਂ ਕੇਂਦਰ ਸਰਕਾਰ ਦੇ ਇੱਕ ਫਲਾਈ ਰੂਪ ਦੇ ਰੂਪ 'ਚ, ਜਿਹਦਾ ਫਲਾਈਓਵਰ ਹੁੰਦਾ ਨਾ, ਉਹਦੇ ਰੂਪ 'ਚ ਕੰਮ ਕਰਦੇ। ਸਾਨੂੰ ਸਾਡੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ ਕੇਂਦਰ ਸਰਕਾਰ ਤੱਕ ਜਾਣੂ ਕਰਾਉਂਦੇ, ਪਰ ਉਹਨਾਂ ਨੇ ਇਹ ਨਹੀਂ ਕੀਤਾ। ਉਹਨਾਂ ਨੇ ਅੱਗ ਬਾਲ ਕੇ ਉੱਤੇ ਘਿਓ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਸ਼ਿਕਾਰ ਅਕਾਲੀ ਦਲ ਵੀ ਹੋਇਆ। ਤੇ ਅਕਾਲੀ ਦਲ ਜੇ ਸਮਝ ਨਹੀਂ ਪਾਇਆ, ਮੈਂ 7-8 ਮਹੀਨੇ ਤੋਂ ਲਗਾਤਾਰ ਟੁਕ ਕਰਦਾ ਪਿਆ ਸੀ। ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਮੈਂ ਦੱਸ ਰਿਹਾ ਸੀਗਾ ਕਿ ਇੱਥੇ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਆਪਣੀ ਸਕਿਨ ਬਚਾ ਕੇ ਭੱਜੇ ਆ। ਤੇ ਮੈਂ ਸਮਝਦਾ ਕਿ ਗੁਰਦੀਪ ਸਿੰਘ ਗੋਸ਼ਾ ਆਪਣੀਆਂ ਮੈਂ ਕੋਈ ਮੰਤਰੀ ਨਹੀਂ ਰਿਹਾ, ਮੈਂ ਕੋਈ ਸੰਤਰੀ ਨਹੀਂ ਰਿਹਾ, ਮੈਂ ਕੋਈ ਉਹਨਾਂ ਦੇ MLA ਦੇ ਪਦ ਨਹੀਂ ਲਏ, ਮੈਂ ਕੋਈ ਕੌਂਸਲਰ ਨਹੀਂ ਲੜਿਆ, ਮੈਂ ਕੋਈ ਚੇਅਰਮੈਨ ਨਹੀਂ ਲਈਆਂ। ਮੈਂ ਇੱਕ ਸਾਫ਼ ਪਾਕ ਹੋ ਕੇ ਉਸ ਪਾਰਟੀ ਦੇ ਵਿੱਚੋਂ ਨਿਕਲਿਆ, ਚੰਗੀ ਪਾਰਟੀ ਨਾਲ ਜੁੜਿਆ, ਜਿਹੜੀ ਪਾਰਟੀ ਅੱਜ ਸਮਾਜ ਦੀ ਸੇਵਾ ਕਰ ਸਕਦੀ। ਗੋਸ਼ਾ ਜੀ, ਭਾਰਤੀ ਜਨਤਾ ਪਾਰਟੀ ਨੇ ਗੱਲ ਕਹੀ ਹੈ ਕਈ ਲੀਡਰਾਂ ਨੇ ਕਿ ਜਿਹੜੇ ਮਜੀਠੀਆ ਸਾਹਿਬ ਨੇ ਚਿੱਟੇ ਦੇ ਵਪਾਰੀ ਨੇ, ਕਿਉਂਕਿ ਪਹਿਲਾਂ ਵੀ ਉਹਨਾਂ ਤੇ ਕੇਸ ਹੋਇਆ ਸੀ, ਅੱਜ ਕੇਸ ਹੋ ਗਿਆ। ਕੀ ਮੰਨਦੇ ਤੁਸੀਂ ਮਜੀਠੀਆ ਸਾਹਿਬ ਦੋਸ਼ੀ ਨੇ? ਪਹਿਲੀ ਗੱਲ ਤਾਂ ਕਿਸੇ ਨੇ ਗੱਲ ਕਹੀ ਨਹੀਂ, ਬਿਲਕੁਲ ਗੱਲ ਮੇਰੀ ਗੱਲ ਦਾ ਕੋਈ ਜਵਾਬ ਨਹੀਂ, ਇਹਦਾ ਜਵਾਬ ਦੇ। ਮੈਂ ਖੁਦ ਇੰਟਰਵਿਊ ਮੇਰੇ ਵੀਰ ਦੇਖੋ, ਜਿਹੜੀ ਤੁਸੀਂ ਗੱਲ ਕੋਡ ਕੀਤੀ ਹੈ, ਅਗਰ ਕਿਸੇ ਜ਼ਿੰਮੇਵਾਰ ਵਿਅਕਤੀ ਨੇ ਗੱਲ ਕਹੀ ਹੈ, ਲੀਡਰ ਦਾ ਮਤਲਬ ਜ਼ਿੰਮੇਵਾਰ। ਮੈਂ ਵੀ ਆਪਣੇ ਆਪ ਨੂੰ ਲੀਡਰ ਨਹੀਂ ਮੰਨਦਾ, ਇੱਕ ਤੁਹਾਨੂੰ ਦੱਸ ਦਿਆਂ ਸਰ। ਮੈਂ ਤੁਹਾਡੀ ਇੰਟਰਵਿਊ ਕੀਤੀ, ਤੁਹਾਨੂੰ ਜਦੋਂ ਤੁਸੀਂ ਪਾੜ ਪਿਆ ਨਾ 9 ਮਾਸ ਦਾ ਟੁਕੜਾ ਜਦੋਂ ਲੱਗ ਹੋਇਆ ਸੀ, ਤੁਸੀਂ ਇਹ ਕਿਹਾ ਸੀ। ਮੇਰੇ ਕੋਲ ਅਜੇ ਵੀ ਇੰਟਰਵਿਊ ਪਈ ਹੈ। ਮੈਂ ਇੱਕ ਗੱਲ ਕਹਿੰਦਾ ਜੀ, ਜਵਾਬ ਮੈਂ ਜਵਾਬ ਦਿਆਂ। ਗੱਲ ਇਹ ਆ ਵੀ ਕਿਸੇ ਤੇ ਪਰਸਨਲ ਦੂਸ਼ਣਬਾਜ਼ੀ ਮੈਂ ਨਹੀਂ ਕਰਨਾ ਚਾਹੁੰਦਾ। ਕੋਰਟ ਦੇ ਵਿੱਚ ਪ੍ਰੋਸੈਸ ਇਸ ਮਸਲੇ ਨੂੰ ਨਾ ਉਛਾਲਿਆ ਜਾਵੇ। ਚੰਗੇ ਬੰਦੇ ਹੋਣਗੇ ਤੇ ਚੰਗੇ ਬਾਹਰ ਹੀ ਆਣਗੇ, ਅਸੀਂ ਉਹਨਾਂ ਦੇ ਲਈ ਆਵਾਜ਼ ਉਠਾਉਂਦੇ ਰਹੇ, ਪਰ ਅੱਜ ਪੰਜਾਬ ਨੂੰ ਲੋੜ ਹੈ। ਮੈਨੂੰ ਲੋੜ ਇਕੱਲੇ ਨੂੰ ਨਹੀਂ ਹੈਗੀ ਕਿ ਮੈਂ ਆਪਣੇ ਕਰਕੇ ਕਹਾਂ ਮੈਨੂੰ ਬੜਾ ਵਧੀਆ ਕੰਮ ਹੋ ਜਾਊਗਾ। ਅੱਜ ਪੰਜਾਬ ਨੂੰ ਲੋੜ ਹੈ, ਇਸ ਮਸਲੇ ਨੂੰ ਆਪਾਂ ਨਾ ਉਛਾਲੀਏ। ਇਸ ਮੌਕੇ ਇਹ ਮੌਕਾ ਆਪਾਂ ਦੇਵਾਂਗੇ ਤੁਹਾਨੂੰ। ਸ਼ਿਖਾਵਤ ਸਾਹਿਬ ਦਾ ਬਿਆਨ ਹੈ, ਪੰਜਾਬ 'ਚ ਨਸ਼ੇ ਦਾ ਨਾਮ ਲਵਾਂਗੇ ਤਾਂ ਮਜੀਠੀਆ ਦਾ ਨਾਮ ਆਵੇਗਾ। ਦੇਖੋ ਮੈਂ ਫਿਰ ਕਹਿੰਦਾ, ਦੇਖੋ ਇਹ ਜਵਾਬ ਵੱਡੇ ਲੀਡਰ ਸਾਡੇ ਉਹੀ ਦੇ ਸਕਦੇ, ਮੈਂ ਨਹੀਂ ਦੇ ਸਕਦਾ ਉਹਨਾਂ ਦਾ ਜਵਾਬ। ਮੇਰਾ ਜਵਾਬ ਮੇਰੇ ਤੋਂ। ਤੁਸੀਂ ਮਜੀਠੀਆ ਦੀ ਜ਼ਮਾਨਤ ਤੇ ਖੁਸ਼ ਹੋ ਜੀ ਇਸ ਟਾਈਮ? ਦੇਖੋ ਮਜੀਠੀਆ ਸਾਹਿਬ ਦੀ ਜ਼ਮਾਨਤ ਇਹ ਕੋਰਟ ਦੇ ਵਿੱਚ ਹੋਈ ਹੈ ਕਿ ਮੈਂ ਛੱਡਤਾ ਜਾਂ ਇਹਨਾਂ ਨੇ ਛੱਡਤਾ ਜਾਂ ਤੁਸੀਂ ਛੱਡਤਾ। ਕੋਰਟ ਦੇ ਵਿੱਚ ਜ਼ਮਾਨਤ ਜਾਂ ਕੋਰਟ ਦੇਖੇਗੀ। ਸਰ 2 ਘੰਟੇ ਪਹਿਲਾਂ ਤੁਸੀਂ ਲੱਡੂ ਵੰਡੇ ਨਾਲ ਹੀ ਫਿਰ ਬੀਜੇਪੀ 'ਚ ਸ਼ਾਮਲ ਹੋ ਗਏ। ਮੈਂ ਪਾਰਟੀ ਦੇ ਵਿੱਚ ਸੀ, ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਸੀਗਾ, ਪਾਰਟੀ ਲਈ ਕੰਮ ਕਰਦਾ ਰਿਹਾ, ਐਂਡ ਤੱਕ ਇਮਾਨਦਾਰੀ ਨਾਲ ਰਿਹਾ। ਕੀ ਇਹ ਟਿਕਟ ਲੈਣ ਦੇ ਚੱਕਰ ਵਿੱਚ ਤੁਸੀਂ ਸਾਰਾ ਕੁਝ ਕੀਤਾ ਵਾ? ਇਹ ਤੁਹਾਨੂੰ ਲੱਗਦਾ ਹੋਊਗਾ ਟਿਕਟ ਲਈ। ਨਾ ਮੈਂ ਟਿਕਟਾਂ ਲਈ ਪਹਿਲਾਂ ਲੜਿਆ ਸੀ, ਨਾ ਮੈਂ ਟਿਕਟਾਂ ਲਈ ਹੁਣ। ਨਰੇਸ਼ਿੰਦਰ ਗਰੇਵਾਲ ਕਹਿੰਦੇ ਵੀ ਕੋਈ ਫਰਕ ਨਹੀਂ ਪੈਣਾ ਗੁਰਦੀਪ ਗੋਸ਼ਾ ਦੇ ਜਾਣ ਨਾਲ ਸਾਨੂੰ। ਸੂਰਜ ਹੈ ਜੀ, ਮੈਂ ਤਾਂ ਦੀਵਾ ਆਇਆ, ਪਰ ਹਨੇਰੇ 'ਚ ਦੀਵਾ ਕੰਮ ਆਉਂਦਾ। ਬੀਜੇਪੀ ਇਹ ਵੀ ਕਹਿ ਦਿੱਤਾ ਉਹਨਾਂ ਨੇ ਵਿਕਿਆ ਹੋਇਆ ਮਾਲ ਹੈ, ਅਕਾਲੀ ਦਲ ਦੀ ਕੋਈ ਜਗ੍ਹਾ ਨਹੀਂ। ਲਾਸਟ ਟਾਈਮ ਤੱਕ ਵੀ ਮੈਨੂੰ ਫੋਨ ਆਉਂਦੇ ਰਹੇ, ਜੇ ਵਿਕਿਆ ਮਾਲ ਸੀ ਫਿਰ ਉਹਨਾਂ ਨੂੰ ਫੋਨ ਨਹੀਂ ਕਰਨਾ ਚਾਹੀਦਾ ਸੀ। ਸਰ ਬੀਜੇਪੀ 'ਚ ਆਉਣ ਤੋਂ ਬਾਅਦ ਪਹਿਲਾ ਸਟੈਪ ਕੀ ਹੋਊਗਾ ਤੁਹਾਡਾ? ਮੇਰਾ ਪਹਿਲਾ ਸਟੈਪ ਹੋਊਗਾ ਪੰਜਾਬ ਦੇ ਭਲੇ ਲਈ ਗੱਲ ਕਰਾਂ, ਦੇਸ਼ ਦੇ ਭਲੇ ਦੀ ਗੱਲ। ਯੂਥ ਬਾਰੇ ਕੀ ਵਿਚਾਰ ਸਰ? ਯੂਥ ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਨਸ਼ਿਆਂ ਦੇ ਖਿਲਾਫ ਸਾਨੂੰ ਰਲ ਮਿਲ ਕੇ ਲੜਨਾ ਪੈਣਾ। ਇਹਨੂੰ ਦੂਸ਼ਣਬਾਜ਼ੀ ਇੱਕ ਦੂਜੇ ਤੇ ਸਿੱਟ ਕੇ ਨਹੀਂ ਕਰਨੀ ਚਾਹੀਦੀ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਰਲ ਮਿਲ ਕੇ, ਕਿਉਂਕਿ ਇਹ ਮੁੱਦਾ ਪਾਰਟੀਆਂ ਦਾ ਨਹੀਂ ਹੈਗਾ, ਇਹ ਸਮੁੱਚੇ ਪੰਜਾਬ ਦਾ। ਪੰਜਾਬ ਦੇ ਨੌਜਵਾਨ ਨਸ਼ੇ 'ਚ ਜਾ ਰਹੇ, ਅੱਗੇ ਨਾ ਵਧੀ ਰਹੇ, ਘਟੇ ਨਹੀਂ ਰਹੇ, ਇਹ ਜਾ ਰਿਹਾ। ਉਹਦੇ ਵਿੱਚ ਰੋਕਣਾ ਸਾਡਾ ਫਰਜ਼ ਬਣਦਾ ਤੇ ਉਹਦੇ ਲਈ ਸਾਰੇ ਰਲ ਮਿਲ ਕੇ ਕੰਮ ਕਰੀਏ। ਐਵੇਂ ਦੂਸ਼ਣਬਾਜ਼ੀ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਖਰਾਬ ਕਰਦੇ। ਤੁਸੀਂ ਦੋਸ਼ ਲਗਾਏ ਆ ਵੀ ਕਾਂਗਰਸ ਪਾਰਟੀ ਨੇ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਕਾਨੂੰਨ ਬਣਾਏ ਸੀ ਕੇਂਦਰ ਸਰਕਾਰ ਨੇ, ਜਿਹੜਾ ਕਿ ਪਾੜ ਪਿਆ ਵਾ, ਕੀ ਉਹ ਕਾਨੂੰਨ ਸਹੀ ਸੀ ਸਾਨੂੰ ਜਾਂ ਗਲਤ ਸਾਨੂੰ ਉਹ ਕਾਨੂੰਨ ਜਿਹਦੇ ਕਰਕੇ ਪਾੜ ਪਿਆ ਜੀ? ਉਹ ਕਾਂਗਰਸ ਸਰਕਾਰ ਨੇ ਲਿਆਂਦੇ, ਮੋਦੀ ਸਾਹਿਬ ਨੇ ਲਿਆਂਦੇ ਸੀ ਨਾ। ਜੇ ਇਹੀ ਜਿਹੜੇ ਬਿੱਲ ਹੁਣ ਰੱਦ ਹੋਏ ਆ, ਪਹਿਲੀ ਗੱਲ ਤਾਂ ਇਹ ਹੁਣ ਆਪਾਂ ਨੂੰ ਚੈਪਟਰ ਖੋਲਣਾ ਚਾਹੀਦਾ। ਦੂਜੀ ਗੱਲ, ਮੈਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਜਾਂਦਾ ਰਿਹਾ, ਉਹਨਾਂ ਦੇ ਵਿੱਚ ਮੈਂ ਫਿਰ ਕਹਿ ਦਿੰਦਾ, ਜੇ ਕੇਂਦਰ ਸਰਕਾਰ ਉਸ ਟਾਈਮ ਸਮੇਂ ਰਹਿੰਦੇ ਬੈਠ ਕੇ ਤਾਲਮੇਲ ਬਣਾਉਂਦੇ ਤੇ ਇੰਨਾ ਟਾਈਮ ਨਾ ਲੱਗਦਾ। ਪਹਿਲੇ 2 ਦਿਨ ਜੇ ਕਾਨੂੰਨ ਬਣੇ ਸੀ, ਉਹਦੇ ਵਿੱਚ ਕਿਸੇ ਨਾ ਕਿਸੇ ਦਾ ਤਾਂ ਕਸੂਰ ਰਿਹਾ ਹੋਣਾ। ਕੋਈ ਤਾਂ ਬੰਦੇ ਪੰਜਾਬ ਦੇ ਹੋਣਗੇ ਨਾ ਜਿਹੜੇ ਵਿੱਚ ਰਲ ਕੇ ਜਿਨ੍ਹਾਂ ਨੇ ਬਣਾਏ ਹੋਗੇ, ਉਹਨਾਂ ਨੂੰ ਤਾਂ ਨਹੀਂ ਪਤਾ ਨਾ ਕਿਸਾਨੀ ਦੇ ਬਾਰੇ ਕੀ ਹੈ। ਬਾਕੀ ਗੱਲ ਕਿਸਾਨ ਦਾ ਉੱਚ ਭਲਾ ਸੀ ਨਹੀਂ ਭਲਾ ਸੀ, ਉਹ ਤਾਂ ਕਿਸੇ ਨੇ ਸਮਝਿਆ ਹੀ ਨਹੀਂ। ਉਹ ਤਾਂ ਸਿਰਫ ਮੁੱਦਾ ਬਣਾ ਲਿਆ, ਲੋਕਾਂ ਨੇ ਮੁੱਦਾ ਬਣਾ ਕੇ ਪੜਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਮੈਂ ਮੁੱਦਾ ਨਹੀਂ ਪੜਾਉਂਦਾ, ਮੈਂ ਫਿਰ ਕਹਿ ਦਿੰਦਾ ਹਿੰਦੂ ਸਿੱਖ ਏਕਤਾ ਦੇ ਵਾਸਤੇ ਮੈਂ ਆਇਆ ਪੰਜਾਬ ਕਹਿੰਦੇ ਭਾਰਤੀ ਜਨਤਾ ਪਾਰਟੀ।
ਤੋੜਨ ਨਹੀਂ ਦੇਣਾ ਕਿਸੇ ਨੂੰ। ਦੇਸ਼ ਦੇ ਖੇਤੀ ਮੰਤਰੀ ਮਿਲ ਕੇ ਕਾਨੂੰਨ ਬਣਾਉਂਦੇ ਸਾਰੇ ਸਟੇਟਾਂ ਬਾਰੇ ਉਹਨਾਂ ਨੂੰ ਪਤਾ ਹੁੰਦਾ, ਤੁਸੀਂ ਕਹਿੰਦੇ ਪਤਾ ਨਹੀਂ ਹੈਗਾ। ਤੇ ਉਹਦੇ ਵਿੱਚ ਕਿਸੇ ਨੇ ਪੜਿਆ ਥੋੜਾ ਕੀ ਮਾੜਾ ਸੀ ਕੀ ਇਹ ਤਾਂ ਮੈਂ ਕਹਿ ਰਿਹਾ ਕਾਂਗਰਸ ਦੀ ਸਾਜ਼ਿਸ਼ 'ਚ ਚਲੇ ਗਏ। ਮੈਂ ਫਿਰ ਕਹਿ ਦੇਣਾ ਕਿਸੇ ਪਹਿਲਾਂ ਦੇਖੋ ਜੀ, ਪਹਿਲਾਂ ਕੋਈ ਗਲਤ ਹੁੰਦਾ ਸੀ, ਨਹਿਰੂ ਤੋਂ ਜ਼ਿੰਮੇਵਾਰ ਹੁਣ ਮੈਂ ਜਵਾਬ ਦੇਵਾਂ ਜੀ, ਜਵਾਬ ਮੈਂ ਦਿੰਦਾ। ਗੱਲ ਏਦਾਂ ਹੈ, ਕਾਂਗਰਸ ਨੇ ਇੱਕ ਸਾਜ਼ਿਸ਼ ਰਚੀ, ਅਸੀਂ ਸਹੀ ਗਲਤ ਵੱਲ ਤਾਂ ਗਏ ਨਹੀਂ, ਅਸੀਂ ਸਾਜ਼ਿਸ਼ ਦਾ ਰੂਪ ਬਣ ਗਏ। ਸਾਨੂੰ ਚਾਹੀਦਾ ਸੀ ਉਹਦੇ ਉੱਤੇ ਪੜਦੇ ਬੈਠ ਕੇ ਤਾਲਮੇਲ ਨਾਲ ਕਿਹੜਾ ਕੰਮ ਨਹੀਂ ਹੁੰਦਾ। ਜੇ ਪ੍ਰਧਾਨ ਮੰਤਰੀ ਜੀ ਨੇ ਬਾਅਦ ਚ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਆਏ ਜਿਹਨਾਂ ਨੇ ਟੈਂਕ ਤੋਪ ਚਲਾ ਲਏ, ਉਹਨਾਂ ਨੇ ਤਾਂ ਕਦੀ ਮਾਫੀ ਨਹੀਂ ਮੰਗੀ, ਉਹਨਾਂ ਨੇ ਤਾਂ ਕਦੀ ਰਿਲਾਇੰਸ ਦਿੱਤਾ। ਉਹਨਾਂ ਨੇ ਕਿਹਾ ਮੈਂ ਪੰਜਾਬੀਆਂ ਨੂੰ ਸਮਝਾ ਨਹੀਂ ਸਕਿਆ। ਤੇ ਮੈਂ ਇਹ ਗੱਲ ਕਹਿਣਾ ਵੀ ਹਿੰਦੂ ਸਿੱਖ ਏਕਤਾ ਦੇ ਚ ਪਾੜ ਨਹੀਂ ਪੈਣਾ ਚਾਹੀਦਾ। ਤੁਸੀਂ ਵੀ ਇਹਦਾ ਸਹਿਯੋਗ ਕਦੋਂ ਪਿਆ ਹਿੰਦੂ ਸਿੱਖ ਪਾੜ ਪੈ ਰਿਹਾ ਸੀ ਜੇ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਕੇ ਨਾਅਰੇਬਾਜ਼ੀ ਹੋਈ। ਗੱਲ ਸੁਣੋ ਜੀ, ਜੇ ਉੱਥੇ ਨਾਅਰੇਬਾਜ਼ੀ ਗਲਤ ਲਗਾਈ ਗਈ ਆ, ਅਸੀਂ ਉੱਥੇ ਕਿਸਾਨਾਂ ਨੇ ਨਹੀਂ ਵਿਰੋਧ ਕੀਤਾ। ਜਦੋਂ ਨਾਅਰੇਬਾਜ਼ੀ ਗਲਤ ਲਾਈ ਗਈ ਉੱਥੇ ਕਿਸਾਨਾਂ ਨੇ ਵੀ ਵਿਰੋਧ ਕੀਤਾ। ਇਹ ਪਾੜ ਪਾਇਆ ਜਾ ਰਿਹਾ। ਕਿਸਾਨਾਂ ਦੇ ਸਮਰਥਕ ਹੋ, ਕਿਉਂ ਸਾਡੀ ਪਾਰਟੀ ਸਮਰਥਕ ਹੈ, ਕਿਉਂ ਨਹੀਂ ਸਮਰਥਕ ਹੈ? ਅੰਦੋਲਨ ਹੈ ਤੁਸੀਂ ਇਹਨੂੰ ਫੇਵਰ ਕਰਦੇ ਹੋ। ਗੱਲ ਸੁਣੋ ਜੀ, ਅੰਦੋਲਨ ਹੋਣਾ ਨਹੀਂ ਚਾਹੀਦਾ ਸੀ ਪਹਿਲੇ ਦਿਨ ਤੋਂ। ਜੇ ਤਾਲਮੇਲ ਬਣ ਜਾਂਦਾ ਕਾਂਗਰਸ ਦਾ, ਕਾਂਗਰਸ ਨੇ ਤਾਲਮੇਲ ਨਿਭਾਇਆ ਨਹੀਂ। ਸਰਕਾਰ ਦਾ ਇੱਕ ਮਿੰਟ ਆਪਾਂ ਥੋੜਾ ਜਿਹਾ ਆਪਾਂ ਨਾ ਖਿੱਚੀਏ ਨਾ ਉਸੇ ਗੱਲ ਨੂੰ, ਤੁਸੀਂ ਉਸ ਗੱਲ ਨੂੰ ਕਿੱਥਾ ਹੋ, ਗੱਲ ਇੱਕੋ ਹੀ ਹੈ। ਸਵਾਲ ਉਹੀ ਬਾਰ-ਬਾਰ ਆ ਰਿਹਾ। ਸਭ ਦੇਖੋ ਜਿਸਤੇ ਤੱਕ ਗੱਲ ਹੈ ਕਿ ਕਿਸਾਨੀ ਦਾ, ਮੈਂ ਉਹਦੇ ਤੇ ਬੋਲਣਾ ਨਹੀਂ ਚਾਹੁੰਦਾ ਸੀ ਕਿ ਜਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਐਡੀ ਵੱਡੀ ਗੱਲ ਕਹਿਤੀ, ਉਹਦੇ ਬਾਅਦ ਇਸ ਗੱਲ ਤੇ ਵਿਰਾਮ ਲਾ। ਲੇਕਿਨ ਉसी ਸਿਰਫ ਇੱਕ ਗੱਲ ਕਹਾਂ, ਉसी ਕਾਨੂੰਨਾਂ ਨੂੰ ਲੈ ਕੇ ਪਾਰਲੀਮੈਂਟ ਦੇ ਅੰਦਰ ਕਾਂਗਰਸ ਦਾ ਪੂਰਵ ਪ੍ਰਧਾਨ 6 ਵਾਰੀ ਗਰਜਿਆ ਕਿ ਕਾਨੂੰਨ ਤਾਂ ਅਸੀਂ ਬਣਾਏ ਸੀ, ਭਾਜਪਾ ਦਾ ਸਵਾਲ ਉਹਨਾਂ ਨੂੰ ਪਾਈ ਲੈ ਰਹੀ ਹੈ, ਇਹਦਾ ਫਾਇਦਾ ਲੈ ਰਹੀ ਹੈ। ਸਵਾਲ ਉਹਨਾਂ ਨੂੰ ਕਰੀਏ। ਔਰ ਦੂਸਰਾ, ਮੈਂ ਹਮੇਸ਼ਾ ਕਹਿੰਦਾ ਰਿਹਾ, ਜਿਨ੍ਹਾਂ ਨੇ ਅੰਦੋਲਨ ਕੀਤਾ, ਜਿਨ੍ਹਾਂ ਨੇ ਸ਼ੁਰੂ ਕੀਤਾ, ਉਹ ਕਿਸਾਨ ਨਹੀਂ ਸੀਗੇ। ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ, ਉਹ ਵੀ ਕਿਸਾਨ ਨਹੀਂ ਸੀ। ਉਹ ਕਾਂਗਰਸੀ ਗੁੰਡੇ ਸੀ। ਤੇਰੀ ਮੇਰੀ ਤੁਹਾਡੀ ਮੇਰੀ ਬੜੀ ਇਸ ਗੱਲ ਤੋਂ ਸਮਝ। ਸੋ ਹੁਣ ਇਹ ਵਿਸ਼ੇ ਸਮਾਪਤ ਹੋ ਗਿਆ, ਇਹਨੂੰ ਅਸੀਂ ਸਮਾਪਤ ਸਮਝੀਏ। ਪੰਜਾਬ ਦੇ ਭਲੇ ਦੇ ਵਾਸਤੇ ਭਾਰਤੀ ਜਨਤਾ ਪਾਰਟੀ, ਤੁਸੀਂ ਸਾਰੇ ਲੋਕ ਕਹਿੰਦੇ ਸੀ ਭਾਜਪਾ ਤਾਂ ਉੜ ਗਈ ਪੰਜਾਬ, ਭਾਜਪਾ ਦਾ ਕੋਈ ਨਾਂ ਲੈਣ ਵਾਲਾ ਨਹੀਂ ਰਹਿਣਾ, ਐਸਾ ਪ੍ਰੈਸ ਚਾਹੁੰਦਾ ਸੀ, ਲੋਕਾਂ ਦਾ ਐਸਾ ਵਰਸ਼ਨ ਸੀ। ਅਸੀਂ ਤਾਂ ਇੱਕ ਵਾਰੀ ਵੀ ਗੱਲ ਕਹੀ ਨਹੀਂ, ਠੀਕ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਇੱਕ ਰਾਸ਼ਟਰੀ ਜਨਤਾ ਪਾਰਟੀ ਹੈ, ਰਾਸ਼ਟਰਵਾਦੀ ਪਾਰਟੀ ਹੈ, ਸਾਰੇ ਦੇਸ਼ ਦਾ ਭਲਾ। ਆ ਸਾਡੀ ਜਿਹੜੀ ਪਾਰਟੀ ਦੀ ਇੱਕ ਸਭ ਤੋਂ ਵੱਡੀ ਸੋਚ ਹੈ, ਮੈਂ ਤੁਹਾਨੂੰ ਸਰਵਸਪਰਸ਼ੀ ਔਰ ਸਰਵਵਿਆਪੀ। ਸਾਡੀ ਪਾਰਟੀ ਦਾ ਪ੍ਰਸਾਰ ਸਾਰੇ ਪਾਸੇ ਹੋਵੇ ਔਰ ਸਭ ਧਰਮਾਂ ਦੇ ਲੋਕ, ਸਭ ਜਾਤੀ ਸਮੁਦਾਇ ਦੇ ਪਾਰਟੀ ਦੇ ਲੋਕ ਸਾਡੇ ਨਾਲ ਜੁੜਨ, ਅਸੀਂ ਸਭ ਦਾ ਫਾਇਦਾ ਕਰ ਸਕੀਏ, ਸਭ ਨੂੰ ਨਾਲ ਲੈ ਕੇ ਚੱਲ ਸਕੀਏ। ਇਹ ਸਾਡੀ ਪਾਰਟੀ ਦਾ ਮੂਲ ਮੰਤਰ ਹੈ, ਸਬਕਾ ਸਾਥ, ਸਬਕਾ ਵਿਸ਼ਵਾਸ ਔਰ ਸਭ ਕਹਿੰਦੇ ਨਾ ਮੋਦੀ ਜੀ। ਸੋ ਅਸੀਂ ਉਸੇ ਗੱਲ ਨੂੰ ਲੈ ਕੇ ਪੰਜਾਬ 'ਚ ਅੱਗੇ ਵਧੇ ਕਿ ਪਿੱਛੇ ਜੋ ਹੋਣਾ ਸੀ ਹੋ ਗਿਆ, ਉਹਨੂੰ ਛੱਡ ਕੇ ਅਸੀਂ ਪੰਜਾਬ ਦੀ ਪੰਜਾਬੀ ਪੰਜਾਬੀਆਂ ਦੀ ਅਮਨ ਵਾਸਤੇ, ਮੈਂ ਤਾਂ ਹਿੰਦੂ ਸਿੱਖ ਦਾ ਸ਼ਬਦ ਇਸਤੇਮਾਲ ਨਹੀਂ ਕਰਦਾ, ਮੈਂ ਪੰਜਾਬੀ ਦਾ ਸ਼ਬਦ। ਅਸੀਂ ਪੰਜਾਬ 'ਚ ਰਹਿੰਦੇ, ਸਾਰੇ ਪੰਜਾਬੀ ਹੈ। ਪੰਜਾਬੀ ਸਾਡੀ ਮਾਂ ਬੋਲੀ ਹੈ, ਮੇਰੀ ਜਨਮ ਭੂਮੀ ਹੈ, ਮਾਤਰ ਭੂਮੀ ਹੈ ਮੇਰੀ ਪੰਜਾਬ। ਇਸ ਕਰਕੇ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰੀਏ ਕਿ ਆਪਸ ਵਿੱਚ ਪਾੜ ਪਾਉਣ ਵਾਲੀ ਗੱਲ ਕਰੀਏ। ਇੱਥੇ ਇੱਕ ਮਿੱਤਰ ਨੇ ਸਵਾਲ ਕੀਤਾ ਸੀ, ਹਿੰਦੂ ਸਿੱਖ ਪਾੜ ਕਿਹਨੇ ਪਾਇਆ? ਸੰਨ 84 ਯਾਦ ਕਰੋ, ਤੁਹਾਨੂੰ ਜਾਂ ਪਤਾ ਲੱਗ ਜਾਓ ਕਿ ਹਿੰਦੂ ਸਿੱਖ ਭਾਈਚਾਰੇ 'ਚ ਪਾੜ ਕਿਹਨੇ ਪਾਇਆ। ਇਹ ਸਭ ਗੱਲਾਂ ਛੁੱਟੀਆਂ ਨਹੀਂ ਹੈ, ਲੇਕਿਨ ਅੱਜ ਇਹ ਬੇਈਮਾਨੀ ਹੈ। ਅੱਜ ਪੰਜਾਬ ਇੱਕ ਤਰੱਕੀ ਦੀ ਨਵੀਂ ਰਾਹ ਤੇ ਚੱਲ ਪਿਆ। ਅੱਜ ਪੰਜਾਬ ਫਿਰ ਉਹੀ ਵਧੀਆ ਪੰਜਾਬ ਬਣਨਾ ਚਾਹੁੰਦਾ। ਅੱਜ ਪੰਜਾਬ ਦਾ ਨੌਜ, ਪੰਜਾਬ ਦਾ ਪਾਣੀ ਔਰ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ। ਪੰਜਾਬ ਦਾ ਪੈਸਾ ਪੰਜਾਬ ਤੋਂ ਬਾਹਰ ਜਾ ਰਿਹਾ। ਉਹਨੂੰ ਰੋਕਣ ਵਾਸਤੇ, ਨਵੇਂ ਪ੍ਰਚਾਰ ਪੰਜਾਬ ਦੀ ਸਿਰਜਣਾ ਕਰਨ ਵਾਸਤੇ, ਨਰੋਏ ਪੰਜਾਬ ਦੀ ਸਿਰਜਣਾ ਕਰਨ ਵਾਸਤੇ ਅਸੀਂ ਸਾਰੇ ਰਲ ਕੇ ਅੱਗੇ ਵਧੀਏ। ਇੰਨਾ ਹੀ ਮੈਂ ਤੁਹਾਡੇ ਕਹਿੰਦੇ ਹੋਏ, ਭਾਰਤੀ ਜਨਤਾ ਪਾਰਟੀ ਦਾ ਇਹੀ ਇੱਕ ਮਤ ਹੈ, ਇਹੀ ਮਨ ਹੈ ਔਰ ਸਭ ਨੂੰ ਨਾਲ ਲੈ ਕੇ ਅੱਗੇ ਵਧਣਾ। ਉਸੇ ਨੀਤੀ ਨੂੰ ਲੈ ਕੇ ਸ਼ੰਕਾ ਸਾਡੀ ਸੁਣਦਾ ਉਸੇ ਗੱਲ ਨੂੰ ਲੈ ਕੇ ਕੱਲੇ ਘੋਸ਼ਾ ਦੀ ਨਹੀਂ, अनेक कांग्रेसी एमएलए, मौजूदा एमएलए, अनेक कांग्रेसी पूर्व एमएलए, अनेक कांग्रेसी पूर्व मंत्री, अनेक कांग्रेसी पूर्व सरपंच चंगी सोच रखने वाला हर कभी, चाहे अकाली दल का चाहे कांग्रेस का, मतलब भाजपा स्वागत है और साढ़े को आ रहे ਤੁਸੀਂ ਕਹਿੰਦੇ ਸੀਗੇ ਕਿ ਜਿਹੜੇ ਕਿਸਾਨ ਮਰੇ ਨੇ 800 ਤੋਂ ਜ਼ਿਆਦਾ, ਅੱਜ ਤੱਕ ਸਾਡੇ ਚਲੋ ਕਿਸਾਨ ਅੰਦੋਲਨ, ਪ੍ਰਧਾਨ ਮੰਤਰੀ ਨੇ ਉਹਨਾਂ ਪਰਿਵਾਰਾਂ ਨਾਲ, ਤੁਸੀਂ ਬਾਰ-ਬਾਰ ਇਹ ਗੱਲ ਕਹਿੰਦੇ ਸੀ, ਅਫਸੋਸ ਨਹੀਂ ਜਤਾਇਆ ਪ੍ਰਧਾਨ ਮੰਤਰੀ ਨੇ, ਇੱਕ ਵਾਰ ਵੀ ਉਹ ਪਰਿਵਾਰ ਨੂੰ ਮਿਲਣ ਨਹੀਂ ਗਏ ਜਿਹੜੇ ਕਿਸਾਨ। ਤੁਸੀਂ ਨਾ ਇੱਕ ਚੀਜ਼ ਨੋਟ ਕਰੋ, ਉਸ ਦਿਨ ਉਗਰਾਹਾਂ ਸਾਹਿਬ ਦਾ ਬਿਆਨ ਆਇਆ ਸੀਗਾ ਵੀ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ। ਰੋਕਿਆ ਕਿੰਨੇ? ਰੋਕਿਆ ਪਤਾ ਕਿੰਨੇ?
ਕਾਂਗਰਸ ਨੇ ਰੋਕੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਬਿਆਨ ਹੈ ਵੀ ਰਸਤਾ ਅਸੀਂ ਰੋਕਿਆ, ਸਾਡਾ ਕੇਂਦਰ ਸਰਕਾਰ ਦਾ ਦੇਖੋ ਗੁਬਰਾਹਾ ਸਾਹਿਬ ਕੌਣ ਹੈ? ਨਹੀਂ ਉਹ ਕਿਸਾਨ ਦੀ ਗੱਲ ਸੁਣੋ, ਜਿਹੜੇ ਉਹਦੇ ਜਥੇਬੰਦੀਆਂ ਪਰ ਇਲੈਕਸ਼ਨ ਲੜ ਰਹੀਆਂ ਉਹਨਾਂ ਦਾ ਮੋਟਿਵ ਕੀ ਸੀਗਾ? ਆਪਾਂ ਮੋਟਿਵ ਕਿਸੇ ਦਾ ਸਮਝੀਏ ਨਾ ਵੀ ਮੋਟਿਵ ਕੀ ਸੀਗਾ। ਉਹਨਾਂ ਤੋਂ ਪੁੱਛਾਂਗੇ। ਮੇਰੀ ਗੱਲ ਸੁਣੋ, ਮੈਂ ਧਰਨਾ ਲਾਣਾ, ਇਹ ਮੈਂ ਉਹਦਾ ਜਵਾਬ ਦਿੰਦਾ ਤੁਹਾਨੂੰ, ਮੈਂ ਕਿਸਾਨ ਉਹਦਾ ਜਵਾਬ ਦਿੰਦਾ, ਮਤਲਬ ਮੈਂ ਧਰਨਾ ਲਾਣਾ, ਮੇਰੀ ਜ਼ਿੰਮੇਵਾਰੀ ਨਹੀਂ ਮੈਂ ਇੰਤਜ਼ਾਮ ਕਰਕੇ ਰੱਖਾਂ? ਪਰ ਜ਼ਿੰਮੇਵਾਰੀ ਕਿਹਦੀ ਸੀਗੀ? ਜ਼ਿੰਮੇਵਾਰੀ ਤਾਂ ਨਾ ਭੱਜੀ ਆਉਣ ਵਾਲੇ ਟਾਈਮ 'ਚ ਇਹਦੇ ਵੀ ਦੱਸਾਂਗੇ ਤੁਹਾਨੂੰ ਜੀ। ਲੜ ਲੈਣ ਇਲੈਕਸ਼ਨ, ਜਿਹੜੇ ਇਲੈਕਸ਼ਨ ਹੈ ਨਾ ਚੁਣਨਾ ਤਾਂ ਲੋਕਾਂ ਨੇ ਆ, ਲੋਕਾਂ ਨੇ ਜਿਨ੍ਹਾਂ ਦੇਸ਼ ਦਾ ਪਤਾ ਲੱਗੂਗਾ। ਤੁਸੀਂ ਚੋਣ ਲੜੋਗੇ ਜੀ? ਚੋਣ ਦਾ ਮੇਰੀ ਚੋਣ ਦੀ ਰਾਜਨੀਤੀ ਨਹੀਂ ਹੈ, ਉਹ ਪਾਰਟੀ ਦਾ ਡਿਸੀਜਨ ਹੈ। ਮੈਂ ਇੱਕ ਛੋਟਾ ਜਿਹਾ ਵਰਕਰ ਹਾਂ, ਮੈਂ ਪੰਜਾਬ ਦੇ ਭਲੇ ਦੀ ਗੱਲ ਕਰਦਾ ਰਹੂੰਗਾ। ਚਰਚਾ ਹੋ ਰਹੀ ਹੈ ਸੈਂਟਰਲ ਚਰਚਾ ਹੋ ਰਹੀ ਹੈ ਸਾਊਥ ਵਿੱਚ ਤੁਸੀਂ ਇਲੈਕਸ਼ਨ ਲੜੋਗੇ। ਇਹ ਤੁਹਾਡੀ ਚਰਚਾ ਹੈ ਤੇ ਚੰਗੀ ਗੱਲ ਹੈ, ਚਰਚਾ ਹੁੰਦੀ ਰਹਿਣੀ ਚਾਹੀਦੀ, ਬੰਦੇ ਦੀ ਚਰਚਾ ਹੁੰਦੀ ਹੈ। ਕਿਉਂਕਿ ਮੈਂ ਨਹੀਂ, ਇਲੈਕਸ਼ਨ ਵਾਲੇ ਬੰਦੇ ਹੀ ਹੁੰਦੇ ਆ, ਦੂਜੇ ਤਾਂ ਨਹੀਂ। ਜੀ ਤੁਹਾਡਾ ਮੋਟਿਵ ਕੀ ਹੈ ਬੀਜੇਪੀ ਸ਼ਾਮਲ? ਮੇਰਾ ਮੋਟਿਵ ਹੈ ਦੇਸ਼ ਦੀ ਅਖੰਡਤਾ ਲਈ, ਭਾਈਚਾਰਕ ਸਾਂਝ ਲਈ, ਪੰਜਾਬ ਦੀ ਤਰੱਕੀ ਦੀ ਰਾਹ ਤੇ ਲਿਜਾਣ ਲਈ ਆਪਣਾ ਕੰਮ ਕਰਨਾ ਚਾਹੀਦਾ, ਆਪਣੇ ਆਪ ਨੂੰ ਉਭਾਰ ਦੇਣਾ ਚਾਹੀਦਾ ਪੰਜਾਬ ਨੂੰ। ਯਾਰ ਇਹ ਤਾਂ ਕਾਂਗਰਸ ਦੇ ਵੜ ਦਿੱਤੇ ਹੋਏ ਆ, ਤੁਸੀਂ ਇਹ ਉਹਨਾਂ ਦੇ ਵੜ ਆਪਣੇ ਚ ਨਹੀਂ ਲੱਗਿਆ। ਮੈਂ ਕਹਿ ਰਿਹਾ ਉਹਨਾਂ ਦੇ ਵੜ, ਇਹ ਮੇਰੀ ਆਪਣੀ। ਮੈਂ ਕੀ ਕਹਿ ਰਿਹਾ ਵੀ ਇਹ ਕਾਂਗਰਸ ਦੇ ਕਈ ਵੜ ਦਿੱਤੇ ਉਹਨਾਂ ਦੇ ਟੈਂਸ਼ਨ ਇਹਦੇ ਵੀ ਪਤਾ ਲੱਗ ਜਾਊਗਾ, ਕਿਉਂਕਿ ਸਾਨੂੰ ਸਾਜ਼ਿਸ਼ ਦੇ ਤਹਿਤ ਸਾਨੂੰ ਲੜਾਇਆ ਜਾ ਰਿਹਾ। ਜਿਹੜੀ ਕਿਸਾਨਾਂ ਨੇ ਨਵੀਂ ਪਾਰਟੀ ਬਣਾਈ ਹੈ ਉਸ ਦਿੱਲੀ ਬੀਜੇਪੀ ਬਸ ਮੋਦੀ ਜੀ ਦੀ ਰੈਲੀ ਜਿਹੜੀ ਕੈਂਪ ਜਿਸ ਢੰਗ ਨਾਲ ਪੰਜਾਬ ਚੋਂ ਲਗਭਗ 3.5 ਹਜ਼ਾਰ ਦਾ ਕਾਫਲਾ ਪੂਰੇ ਪੰਜਾਬ ਤੋਂ 5,000 ਦਾ ਕਾਫਲਾ